नमस्कार जी। हमारे साथ जाने माने समाज सेवक श्री हरीश कपूर जी हैं, जो पिछले काफ़ी सालों से गौशाला रोड पे गौशाला के लिए संघर्ष कर रहे हैं। बड़े दुख की बात है कि गौ माता को सनातन धर्म में सबसे ऊंचा दर्जा दिया गया है और उसी गौशाला और गौ माता के नाम पर कुछ लोग अपना धंधा और दुकानदारी कर रहे हैं। और कपूर साहब ज़िंदगी के इस पड़ाव में आकर भी इस मसले के ख़िलाफ़ कोर्ट में भी लड़ रहे हैं और समाज में भी लड़ रहे हैं, और इनको हर तरह से डराया धमकाया जा रहा है कि किसी तरह ये केस वापस ले लें। और सबसे बड़ी बात है, इन उन लोगों ने जो इनके अपोजिट पार्टी है, पॉलिटिकल अप्रोच के बावजूद, और सबसे बड़ी बात है हाई कोर्ट ने भी उनको रिजेक्ट कर दिया, लेकिन फिर भी जहाँ नीचे कोर्ट को गोल गोल घुमा रहे हैं और समाज में अपने आप को बहुत बड़े धार्मिक प्रवृत्ति के दिखा रहे हैं, जबकि इतनी गंदी प्रवृत्ति के लोग हैं जो गौ माता के नाम पर धंधा भी कर रहे हैं और ज़मीनों को बेच रहे हैं। और इस चीज़ों को रोकने के लिए ख़ास बात यह है कि कपूर साहब उम्र के इस पड़ाव में आके यहाँ एक आम आदमी की ड्यूटी बनती वो निभा रहे हैं। तो मैं सबसे पहले कपूर साहब आपका धन्यवाद करता हूँ कि आपने उम्र के इस पड़ाव में आकर भी अपनी इंसानियत तौर पर और जिम्मेवारी समाज के प्रति समझी कि एक जो चीज़ धर्मास्तर की चीज़ है उसको ये बेचने की तैयारी कर रहे हैं। और उसमें से काफ़ी लैंड मुझे पता चला है कि इन्होंने बेच भी दी है और रजिस्ट्रियाँ भी करा दी है करोड़ों रुपए के हिसाब से। तो आप प्रशासन से और सिस्टम से क्या डिमांड करते हैं, क्योंकि आप बार बार कह रहे हैं कि मेरी उम्र का जो तकाजा है इसको टाइम बोर्ड किया जाए, आप क्या चाहते हैं इसमें? ਰੂਲਾ ਸਾਹਿਬ ਸਾਰਿਆਂ ਨਾਲੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਇਸ ਮੇਰੀ ਲੜਾਈ ਦੇ ਵਿੱਚ, ਮੇਰੀ ਕਾਹਦੀ ਹੈ, ਸਾਰੀ ਪਬਲਿਕ ਦੀ ਲੜਾਈ ਹੈ, ਤੁਹਾਡੀ ਵੀ ਹੈ, ਜਿੰਦੇ ਤੁਸੀਂ ਆਪਣਾ ਯੋਗਦਾਨ ਪਾ ਰਹੇ ਹੋ। ਗੱਲ ਇਹ ਹੈ ਜੀ, ਪਿਛਲੇ ਸਾਡੇ ਐਫਰਟਸ ਤੇ ਕਰਨ ਦੇ ਬਾਵਜੂਦ ਇਹਨਾਂ ਦੇ ਜਿਹੜੇ ਕੋਈ 4-5 ਜੁਨਟਾ ਬਣਿਆ ਹੋਇਆ ਹੈਗਾ ਨਾ, ਪ੍ਰਾਚੀਨ ਗਊਸ਼ਾਲਾ ਲੁਧਿਆਣਾ, ਜਿਹਨੇ ਚਲਾਉਂਦੇ ਪਏ ਨੇ, ਇਹ ਆਪਣੇ ਸਾਥੀਆਂ ਨੂੰ ਵੀ ਹਨੇਰੇ 'ਚ ਰੱਖਦੇ ਪਏ ਨੇ। ਮੇਰੇ ਜਾਗਰੂਕ ਕਰਨ 'ਤੇ ਪਿਛਲੀ 2 ਜੂਨ ਨੂੰ ਇਹਨਾਂ ਦੀ ਐਗਜ਼ੈਕਟਿਵ ਮੀਟਿੰਗ ਦੇ ਵਿੱਚ ਕੁਝ ਮੈਂਬਰਾਂ ਦੀ ਅੰਤਰਾਤਮਾ ਜਾਗੀ ਏ ਅਤੇ ਉਹਨਾਂ ਨੇ ਇਹਨਾਂ ਦੇ ਕੋਲੋਂ ਕੜਵੇ ਸਵਾਲ ਪੁੱਛੇ ਨੇ, ਜਿਹੜੇ ਇਹਦਾ ਜਵਾਬ ਨਹੀਂ ਇਹ ਦੇ ਸਕੇ, ਪਰ ਹਮੇਸ਼ਾ ਦੀ ਤਰ੍ਹਾਂ ਟਾਲ ਗਏ ਨੇ। ਉਹ ਹੁਣ ਘੱਟੋ ਘੱਟ 3-4 ਮਹੀਨੇ ਲਈ ਤਾਂ ਉਹ ਮਸਲਾ ਟਲ ਗਿਆ। ਪ੍ਰੈਜ਼ੀਡੈਂਟ ਸਾਹਿਬ ਮੌਜੂਦ ਸਨ, ਉਹਨਾਂ ਦੀ ਹਾਜ਼ਰੀ 'ਚ ਸਭ ਕੁਝ ਹੋਇਆ, ਪਰ ਅੱਜ ਤੁਸੀਂ ਦੇਖ ਲਓ ਵੀ ਉਸ ਗੱਲ ਨੂੰ 10 ਦਿਨ ਹੋ ਗਏ, ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਉੱਦਾਂ ਹੀ ਜਿੱਦਾਂ ਪਹਿਲਾਂ ਢਾਕ ਦੇ 3 ਪਾਤ, ਹੁਣ ਵੀ ਉੱਦਾਂ ਹੀ ਚੱਲੀ ਜਾਂਦਾ। ਕਿਸੇ ਨੂੰ ਵੀ ਐਕਚੁਅਲੀ ਇੰਟਰਸਟ ਹੀ ਹੈ ਨਹੀਂ ਗਊਸ਼ਾਲਾ 'ਚ। ਇਹ ਸਿਰਫ ਆਪਣੇ ਸਮਾਜਿਕ ਰੁਤਬਾ ਬਣਾਏ ਰੱਖਣ ਲਈ, ਨਾਮ ਔਰ ਦਾਮ ਕਮਾਉਣ ਦੇ ਲਈ ਇਹ ਕਰਦੇ ਪਏ ਨੇ, ਹੋਰ ਇਹਨਾਂ ਦਾ ਕੋਈ ਇੰਟਰਸਟ ਨਹੀਂ ਹੈਗਾ। ਤੁਸੀਂ ਇਹ ਚਾਹੁੰਦੇ ਆ ਕਿ ਇਸ ਉਮਰ 'ਚ ਆ ਕੇ ਵੀ ਤੁਸੀਂ ਫਾਈਟ ਕਰ ਰਹੇ ਹੋ ਔਰ ਤੁਹਾਨੂੰ ਸਮਾਜ ਔਰ ਪਿਆਰ ਜੋ ਮਿਲ ਰਿਹਾ, ਪਰ ਤੁਸੀਂ ਇਹ ਚਾਹੁੰਦੇ ਹੋ ਕਿ ਜਿਹੜਾ ਟਾਈਮ ਬਾਉਂਡ ਕੀਤਾ ਜਾਵੇ ਤਾਂ ਕਿ ਇੱਕ ਲਿਮਟਿਡ ਸਮੇਂ ਦੇ ਵਿਚਕਾਰ ਜਿਹੜਾ ਹੈਗਾ ਇਹਦਾ ਫੈਸਲਾ ਕੀਤਾ ਜਾਵੇ। ਔਰ ਜਿਹੜੀਆਂ ਤੁਸੀਂ ਅੱਜ ਮੈਨੂੰ ਸਵੇਰੇ ਗੱਲਾਂ ਦੱਸੀਆਂ ਨੇ, ਜੋ ਚੀਜ਼ਾਂ ਡਾਕੂਮੈਂਟਸ ਦਿਖਾਏ ਨੇ, ਉਹਦੇ ਵਿੱਚ ਕਲੀਅਰ ਤੁਸੀਂ ਕੀਤਾ ਹੈ ਕਿ ਕੁਝ ਚੀਜ਼ਾਂ ਇੱਦਾਂ ਦੀਆਂ ਨੇ ਜਿੱਥੇ ਕੋਰਟ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਹੈ। ਬਿਲਕੁਲ ਠੀਕ ਹੈ ਜੀ। ਸੁਪਰੀਮ ਕੋਰਟ ਦੇ ਆਰਡਰ ਆ ਚੁੱਕੇ ਹੈਗੇ ਨੇ ਕਿ ਜਿਹੜੇ ਸੀਨੀਅਰ ਸਿਟੀਜ਼ਨਸ ਹੈਗੇ ਨੇ, ਲੇਡੀਜ਼ ਨੇ, ਬੱਚੇ ਨੇ, ਉਹਨਾਂ ਦੇ ਕੇਸ ਨੂੰ ਐਕਸਪੀਡਾਈਟ ਕੀਤਾ ਜਾਵੇ। ਉਸ ਦੇ ਬਿਲਕੁਲ ਖਿਲਾਫ ਇਹਨਾਂ ਨੇ ਆਪਣੇ ਜਿਹੜੇ ਡਿਫੈਂਡੈਂਟ ਹੈਗੇ ਨੇ ਉਹਨਾਂ ਦੇ 4 ਗਰੁੱਪ ਬਣਾਏ ਹੋਏ ਨੇ। ਕਦੀ ਇੱਕ ਜਣਾ ਤਰੀਕ ਲੈ ਜਾਂਦਾ, ਕਦੀ ਦੂਸਰਾ ਜਣਾ ਤਰੀਕ ਲੈ ਜਾਂਦਾ। ਪਿਛਲੇ 4 ਸਾਲਾਂ ਤੋਂ ਇਹੀ ਕੁਝ ਹੋ ਰਿਹਾ। ਲੀਗਲੀ ਤੌਰ 'ਤੇ ਇਹਨਾਂ ਨੇ ਸਟੇ ਆਰਡਰ ਲੈਣ ਦੀ ਕੋਸ਼ਿਸ਼ ਕੀਤੀ ਸੀ, ਜਿਹਨੂੰ ਰਿਜੈਕਟ ਕੀਤਿਆਂ ਹਾਈ ਕੋਰਟ ਨੂੰ ਅੱਜ 2 ਸਾਲ ਤੋਂ ਉੱਪਰ ਹੋ ਗਏ। ਉਸ ਦੇ ਬਾਵਜੂਦ ਵੀ ਇਹ ਕੇਸ ਚੱਲਦਾ ਨਹੀਂ ਪਿਆ। ਹੁਣ ਲੇਟੈਸਟ ਸੁਪਰੀਮ ਕੋਰਟ ਆਫ ਇੰਡੀਆ ਨੇ ਆਪਣਾ ਇਹ ਵਰਡਿਕਟ ਦਿੱਤਾ ਹੈ, ਆਪਣਾ ਫੈਸਲਾ ਦਿੱਤਾ ਹੈ ਵੀ ਇਹ ਜਿੰਨੇ ਵੀ ਧਾਰਮਿਕ ਸੰਸਥਾਨ ਹੈਗੇ ਨੇ ਸਭ ਵਿੱਚ ਆਸਥਾ ਕੋਈ ਨਹੀਂ, ਲੁੱਟ ਖੋਹ ਦਾ ਧੰਦਾ ਜ਼ਿਆਦਾ ਬਣਿਆ ਹੋਇਆ। ਹਾਂਜੀ, ਉਸ ਦੇ ਬਾਵਜੂਦ ਦੇਖ ਲਓ ਤੁਸੀਂ ਵੀ ਇਹ ਬਿਲਕੁਲ ਸਾਫ਼ ਸਾਬਤ ਹੁੰਦਾ ਪਿਆ ਜੀ ਵੀ ਧਾਰਮਿਕ ਸਥਾਨ ਸਾਡੀਆਂ ਧਾਰਮਿਕ ਭਾਵਨਾਵਾਂ ਦਾ ਫਾਇਦਾ ਉਠਾਉਂਦੇ ਪਏ ਨੇ। ਅਸੀਂ ਲੋਕ ਜਾ ਕੇ ਉਹਨਾਂ ਨੂੰ ਦਾਨ ਦਿੰਦੇ ਹਾਂ ਅਤੇ ਉਹ ਉਹਦੇ ਨਾਲ ਆਪਣਾ ਭਲਾ ਕਰਦੇ ਪਏ ਨੇ। ਉਸ ਸੰਸਥਾ ਦਾ ਤਾਂ ਕੋਈ ਭਲਾ ਹੁੰਦਾ ਨਹੀਂ ਪਿਆ। ਤੁਹਾਨੂੰ ਨਹੀਂ ਲੱਗਦਾ ਹੈ ਕਿ ਕਿਉਂਕਿ ਜ਼ਮੀਨ ਸ਼ਹਿਰ ਦੇ ਵਿੱਚ ਹੋਣ ਕਰਕੇ, ਕਰੋੜਾਂ ਅਰਬਾਂ ਰੁਪਏ ਦੀ ਜ਼ਮੀਨ ਹੋਣ ਕਰਕੇ, ਇਸ ਜ਼ਮੀਨ ਦੇ ਉੱਪਰ ਇੰਡਸਟਰੀਜ਼ ਕੁਛ ਲੋਕ ਨੇ, ਕੁਛ ਪੋਲੀਟੀਕਲ ਪ੍ਰੈਸ਼ਰ ਨੇ, ਜਿਹਦੇ ਕਰਕੇ ਕਾਰਵਾਈ ਜੋ ਬਣਨੀ ਚਾਹੀਦੀ ਉਹ ਨਹੀਂ ਬਣ ਰਹੀ? ਇਹੀ ਗੱਲ ਹੈ ਜੀ। ਜਿਹੜੀ ਸੁੰਦਰ ਨਗਰ ਦੀ ਜ਼ਮੀਨ ਹੈ ਉਹ ਤਾਂ ਦੇਖੋ ਕਮਰਸ਼ੀਅਲ ਹੋ ਗਈ। ਅੱਜ ਕੱਲ੍ਹ ਉਹਦਾ ਭਾਅ 50,000 ਰੁਪਏ ਪਰ ਸਕੁਏਅਰ ਯਾਰਡ ਹੈ। ਉਹ ਉਸੇ ਕਰਕੇ ਹੀ ਇਹਨਾਂ ਦਾ ਲਾਲਚ ਵਧਿਆ ਹੋਇਆ ਹੈ। ਉਸ ਤੋਂ ਇਲਾਵਾ ਵੀ ਸ਼ਹਿਰ ਦੇ ਵਿੱਚ
ਮੈਂ ਵੀ ਦੇਖਿਆ ਵੀ ਘੱਟੋ ਘੱਟ 2-3 ਹਜ਼ਾਰ ਕਰੋੜ ਦੀ ਪ੍ਰਾਪਰਟੀ ਹੈ। ਮੈਂ ਸਿਰਫ ਇਹੀ ਚਾਹੁੰਦਾ ਹੈਗਾ ਵੀ ਇਹ ਕਿਸੇ ਤਰੀਕੇ ਨਾਲ ਨਾ ਕੇਸ ਟਾਈਮ ਬਾਉਂਡ ਹੋਵੇ, ਸੁਣਵਾਈ ਹੋਵੇ। ਜੇ ਉਹ ਸੱਚੇ ਨੇ ਤੇ ਠੀਕ ਹੈ, ਅਦਾਲਤ ਉਹਨਾਂ ਦੇ ਹੱਕ 'ਚ ਫੈਸਲਾ ਦੇ ਦੇਵੇ। ਨਹੀਂ ਤੇ ਜਿਹੜੀ ਜ਼ਮੀਨ ਇਹਨਾਂ ਨੇ ਹੇਰਾਫੇਰੀ ਨਾਲ ਲਿੱਤੀ ਹੈਗੀ ਹੈ, ਉਹ ਜ਼ਮੀਨ ਗਊਸ਼ਾਲਾ ਨੂੰ ਵਾਪਸ ਦਿੱਤੀ ਜਾਵੇ। ਮੈਂ ਆਪਣੇ ਲਈ ਤਾਂ ਮੰਗਦਾ ਨਹੀਂ। ਕਪੂਰ ਸਾਹਿਬ, ਕਈ ਇਸ ਤਰ੍ਹਾਂ ਦੇ ਧਾਰਮਿਕ ਅਦਾਰੇ ਨੇ ਜਿੱਥੇ ਕਰੋੜਾਂ ਅਰਬਾਂ ਰੁਪਏ ਦੇ ਘੁਟਾਲੇ ਹੋਏ ਨੇ, ਔਰ ਕੋਰਟ ਬੜੇ ਗੰਭੀਰਤਾ ਨਾਲ ਇਸ ਮੈਟਰ ਨੂੰ ਲੈ ਰਿਹਾ ਕਿ ਇੱਕ ਆਮ ਆਦਮੀ ਪਬਲਿਕ ਦੀ ਜਿਹੜੀ ਜ਼ਮੀਨ ਜਾਇਦਾਦ, ਪੈਸੇ, ਔਰ ਸਭ ਤੋਂ ਵੱਡੀ ਗੱਲ ਜਿਹੜਾ ਆਸਥਾ ਨਾਲ ਨੁਕਸਾਨ ਹੋ ਰਿਹਾ। ਔਰ ਕਈ ਜਗ੍ਹਾ ਦੇਖਿਆ ਗਿਆ ਕਿ ਕਈ ਧਾਰਮਿਕ ਅਦਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਗਵਰਨਮੈਂਟ ਨੇ ਕੰਟਰੋਲ ਆਪਣੇ ਅੰਡਰ ਲੈ ਰਹੇ ਨੇ। ਕੀ ਤੁਸੀਂ ਇਹ ਨਹੀਂ ਚਾਹੋਗੇ ਕਿ ਜੇ ਨਹੀਂ ਸੈਟਅਪ ਹੋ ਰਿਹਾ ਤਾਂ ਗਵਰਨਮੈਂਟ ਜਿਹੜੀ ਹੈਗੀ ਪੂਰੀ ਜ਼ਮੀਨ ਨੂੰ ਆਪਣੇ ਅੰਡਰ ਲੈ ਕੇ ਇਹਨੂੰ ਇੱਕ ਸਿਸਟਮ ਦੇ ਹਿਸਾਬ ਨਾਲ ਇਸਤੇਮਾਲ ਕਰੇ? ਬਿਲਕੁਲ ਹੈਗਾ ਜੀ। ਐਕਚੁਅਲੀ ਮੈਂ ਤੁਹਾਨੂੰ ਦੱਸਾਂ ਵੀ ਅਸੀਂ CM ਸਾਹਿਬ ਨੂੰ ਵੀ ਅਪਰੋਚ ਕੀਤਾ ਸੀ ਤੇ ਉਹਨਾਂ 17 ਮਈ 2017 ਨੂੰ ਲੁਧਿਆਣਾ ਦੇ ਮਾਨਨੀय ਡਿਪਟੀ ਕਮਿਸ਼ਨਰ ਸਾਹਿਬ ਨੂੰ ਆਰਡਰ ਕੀਤਾ ਵੀ ਇਹਨਾਂ ਦੀ ਕੰਮਾਂ-ਕਾਰਾਂ ਦੀ ਪੜਤਾਲ ਕੀਤੀ ਜਾਵੇ, ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਪ੍ਰੋਟੈਕਟ ਕੀਤੀ ਜਾਵੇ। ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ DC ਸਾਹਿਬ ਉਹਦੇ 'ਤੇ ਕੋਈ ਐਕਸ਼ਨ ਨਹੀਂ ਲੈਂਦੇ ਪਏ, ਕਿਉਂਕਿ ਉਸ ਤੋਂ ਬਾਅਦ ਕੋਈ ਜ਼ਮੀਨ ਵਿਕੀ ਨਹੀਂ, ਨਾ ਇਹਨਾਂ ਨੇ ਕੋਈ ਇਹਨਾਂ ਨੂੰ ਮੱਕੀ ਕਮਰਸ਼ੀਅਲ ਯੂਜ਼ ਲਈ ਵਰਤਨ ਦੀ ਆਏ ਨਾ ਕੁਝ ਕੀਤਾ ਹੈਗਾ। ਪਰ ਇਹਨਾਂ ਨੇ ਕੀ ਕੀਤਾ, 17 ਮਈ ਨੂੰ ਉੱਥੋਂ DC ਸਾਹਿਬ ਆਰਡਰ ਆਇਆ DC ਸਾਹਿਬ ਨੂੰ CM ਹਾਊਸ ਤੋਂ, ਖੁਦ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਾਈਨ ਨੇ, ਉਹਦੇ ਵਿੱਚ ਮੇਰਾ ਨਾਮ ਵੀ ਮੈਂਸ਼ਨ ਹੈ। ਉਸ ਤੋਂ ਕਲੂ ਲੈ ਕੇ ਇਹਨਾਂ ਮੇਰੇ ਖਿਲਾਫ ਨਾ IPC ਦਾ ਝੂਠਾ ਕੇਸ ਕਰਤਾ। ਹੁਣ ਮੈਨੂੰ ਉਧਰ ਤਰੀਕਿਆਂ 'ਚ ਉਲਝਾਤਾ ਹੈ ਤੇ ਹਾਂਜੀ ਪੂਰ ਹੋਰ ਇਸ ਨੂੰ ਜ਼ਿਆਦਾ ਕੀ ਹੁੰਦਾ ਜੀ। ਚਲੋ ਮੈਂ ਐਕਸੀਡੈਂਟ ਨੂੰ ਤਾਂ ਮੰਨ ਲਵਾਂ ਵੀ ਐਕਸੀਡੈਂਟ ਕੁਦਰਤੀ ਹੋ ਗਿਆ। IPC ਦਾ ਕੇਸ ਤਾਂ ਇਹਨਾਂ ਨੇ ਖੁਦ ਆਪਣੇ ਮੁਲਾਜ਼ਮ ਤੋਂ ਕਰਵਾਇਆ। ਮਜ਼ੇਦਾਰ ਗੱਲ ਤਾਂ ਇਹ ਹੈ ਨਾ ਵੀ ਆਪ ਕਰਨ, ਮੁਲਾਜ਼ਮ ਨੂੰ ਕੀ ਤਕਲੀਫ ਹੈ? ਮੁਲਾਜ਼ਮ ਪੇਡ ਐਮਪਲਾਈ ਹੈ, ਉਹ ਅੱਜ ਇੱਥੇ ਹੈ, ਕੱਲ੍ਹ ਨੂੰ ਕਿਤੇ ਹੋਰ ਹੋਏਗਾ, ਉਹਦਾ ਇਹਦੇ 'ਚ ਕੀ ਨੁਕਸਾਨ ਹੈ ਜਾਂ ਕੀ ਫਾਇਦਾ? ਨਹੀਂ, ਨਾਰਮਲੀ ਕਪੂਰ ਸਾਹਿਬ ਅਸੀਂ ਕੀ ਦੇਖਿਆ ਜਾਂਦਾ ਕਿ ਸਿੱਖ ਧਰਮ ਵਿੱਚ ਦਸਵੰਧ ਨੂੰ ਅਹਿਮੀਅਤ ਦਿੱਤੀ ਗਈ ਹੈ, ਸਨਾਤਨ ਧਰਮ ਦੇ ਵਿਚਕਾਰ ਦਾਨ ਨੂੰ ਅਹਿਮੀਅਤ ਦਿੱਤੀ ਗਈ ਹੈ, ਔਰ ਮੁਸਲਿਮ ਕਮਿਊਨਿਟੀ 'ਚ ਜ਼ਕਾਤ ਨੂੰ ਦਿੱਤੀ ਗਈ ਹੈ। ਮਤਲਬ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੀ ਜਿਹੜੀ ਸੱਚਾ ਦਸਾਂ ਨੌਂ ਦੀ ਕਿਰਤ ਹੈਗੀ ਹੈ, ਉਹਦੇ ਵਿੱਚੋਂ 10ਵਾਂ ਹਿੱਸਾ ਕੱਢ ਕੇ ਤੁਸੀਂ ਗਰੀਬਾਂ ਨੂੰ, ਆਮ ਆਦਮੀਆਂ ਨੂੰ ਤੁਸੀਂ ਦਾਨ ਕਰਨਾ, ਜਿਹੜੇ ਜ਼ਰੂਰਤਮੰਦ ਨੇ। ਪਰ ਇੱਥੇ ਕੰਮ ਉਲਟਾ ਹੋ ਰਿਹਾ ਹੈ ਕਿ ਜਿਹੜੇ ਲੋਕ ਆਪਣਾ ਦਾਨ ਧਰਮ, ਆਪਣੀ ਆਸਥਾ ਦੇ ਰਹੇ ਨੇ, ਉਹਨੂੰ ਇਹ ਸੇਲ ਆਊਟ ਕਰ ਰਹੇ ਨੇ। ਇਹੀ ਕੁਝ ਹੁੰਦਾ ਪਿਆ ਜੀ, ਇਹੀ ਕੁਝ ਹੁੰਦਾ ਪਿਆ ਇਹਨਾਂ ਦੇ। ਮੈਂ ਹੁਣ ਦੇਖੋ ਜਾਣਾ ਨਹੀਂ ਚਾਹੁੰਦਾ ਹੈਗਾ, ਇਹ ਜਿਹੜੇ ਇਸ ਵੇਲੇ ਕਰਤਾ ਧਰਤਾ ਬਣੇ ਹੋਏ ਨੇ ਪ੍ਰਾਚੀਨ ਗਊਸ਼ਾਲਾ ਲੁਧਿਆਣਾ ਦੇ, ਇਹਨਾਂ ਦੇ ਬਜ਼ੁਰਗਾਂ ਦਾ ਵੀ ਕਦੀ ਗਊ ਮਾਤਾ ਦੇ ਨਾਲ ਕੋਈ ਸੰਬੰਧ ਨਹੀਂ ਸੀ, ਨਾ ਇਹਨਾਂ ਨੇ ਕਦੀ ਇੱਕ ਪੈਸਾ ਦਾਨ ਕੀਤਾ। ਇਹ ਪਤਾ ਨਹੀਂ ਕਿੱਦਾਂ ਬਾਈ ਹੁੱਕ ਆਰ ਬਾਈ ਕਰੁੱਕ ਇੱਕ ਜੁੰਡਲੀ ਜੀ ਬਣ ਗਈ, ਉਹਦੇ ਤੇ ਕਾਬਜ਼ ਹੋ ਗਈ ਏ। ਤੇ ਉਹ ਮੇਰੇ ਕੋਲ ਕੋਈ ਸਬੂਤ ਤਾਂ ਹੈ ਨਹੀਂ, ਪਰ ਇਹ ਪੱਕੀ ਗੱਲ ਹੈ ਵੀ ਜਿਹੜੇ ਉਸ ਵੇਲੇ ਜਿਨ੍ਹਾਂ ਕੋਲ 1000-2000 ਰੁਪਈਆ ਹੁੰਦਾ ਸੀ, ਉਹ ਹੁਣ 20 ਸਾਲਾਂ ਦੇ ਬਾਅਦ ਅਰਬਾਂਪਤੀ ਬਣ ਗਏ ਨੇ। ਤੁਸੀਂ ਬਹੁਤ ਬਹੁਤ ਮਿਹਰਬਾਨੀ। ਮੇਰੇ ਨਾਲ ਸੀ ਹਰੀਸ਼ ਕਪੂਰ ਜੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਿੰਦੁਸਤਾਨ ਵਿੱਚ ਧਰਮ, ਹਰ ਧਰਮ ਮਜ਼ਹਬ ਵਿਚਕਾਰ ਦਾਨ ਨੂੰ ਅਹਿਮੀਅਤ ਦਿੱਤੀ ਗਈ, ਔਰ ਜ਼ਮੀਨਾਂ ਵੀ ਉਹਨਾਂ ਦਾਨ 'ਚ ਆਈਆਂ ਨੇ, ਇਹਨਾਂ ਦੀ ਬਿਲਡਿੰਗਾਂ ਬਣੀਆਂ ਨੇ। ਪਰ ਕੁਝ ਲੋਕਾਂ ਨੇ ਆਪਣੇ ਨਿੱਜੀ ਮਫਾਦ ਲਈ ਇਹਨਾਂ ਨੂੰ ਆਪਣੀ ਰਾਜਨੀਤਿਕ ਅਸਰ ਰਸੂਖ ਲਈ ਵਰਤਣਾ ਸ਼ੁਰੂ ਕੀਤਾ, ਜੋ ਕਿ ਬੜਾ ਮੰਦਭਾਗਾ ਹੈ। ਮੈਂ ਕਪੂਰ ਸਾਹਿਬ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ, ਔਰ ਤੁਹਾਡਾ ਜਿਹੜਾ ਕੇਸ ਹੈਗਾ, ਤੁਹਾਡੀ ਉਮਰ ਨੂੰ ਦੇਖਦੇ ਹੋਏ ਜਿਹੜਾ ਤੁਹਾਡਾ ਕੇਸ ਹੈ, ਇਹਨੂੰ ਫੌਰਨ ਜਿਹੜਾ ਹੈਗਾ ਟਾਈਮ ਬਾਉਂਡ ਕੀਤਾ ਜਾਵੇ ਤੇ ਤੁਹਾਨੂੰ ਜਲਦੀ ਇਨਸਾਫ ਮਿਲੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਕਪੂਰ ਸਾਹਿਬ।